ਜੂਨ 1984 ਆਪਰੇਸ਼ਨ ਬਲੂ ਸਟਾਰ। ਆਪਰੇਸ਼ਨ ਬਲੂ ਸਟਾਰ ਬਾਰੇ ਅਜਿਹਾ ਕੀ ਹੈ ਜਿਹੜਾ ਲੋਕਾਂ ਨੂੰ ਜਿੰਨਾ ਉਤਸੁਕ ਕਰਦਾ ਹੈ ਉਨਾ ਹੀ ਗੁੱਸਾ ਦਿਵਾਉਂਦਾ ਹੈ। ਦੇਖੋ ਸਾਡੀ ਵਿਸ਼ੇਸ਼ ਲੜੀ 'ਚ ਆਪਰੇਸ਼ਨ ਬਲੂ ਸਟਾਰ, ਅਣਕਹੀ ਦਾਸਤਾਨ। ਪ੍ਰਾਈਮ ਡਿਬੇਟ ਵਿੱਚ ਤੁਹਾਡਾ ਸਵਾਗਤ ਹੈ। ਅਸੀਂ ਯੂਰਪ ਵਿੱਚ ਸੰਗਤ ਟੈਲੀਵਿਜ਼ਨ ਅਤੇ ਉੱਤਰੀ ਅਮਰੀਕਾ ਵਿੱਚ ਗਲੋਬਲ ਪੰਜਾਬ ਦੇ ਦਰਸ਼ਕਾਂ ਦਾ ਵੀ ਸਵਾਗਤ ਕਰਦੇ ਹਾਂ। ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਨੇ ਕੋਲਕਾਤਾ, ਦਿੱਲੀ, ਅੰਮ੍ਰਿਤਸਰ ਸਨਅਤੀ ਕੋਰੀਡੋਰ ਨੂੰ ਪ੍ਰਵਾਨਗੀ ਦਿੱਤੀ ਹੈ। ਇਸ ਪ੍ਰਵਾਨਗੀ ਤੋਂ ਬਾਅਦ ਇਸ ਤਜਵੀਜ਼ ਦੀਆਂ ਤਫਸੀਲਾਂ ਤੈਅ ਕਰਨ ਲਈ ਕੇਂਦਰੀ ਮੰਤਰੀਆਂ ਦਾ ਇੱਕ ਗਰੁੱਪ ਬਣਾਇਆ ਗਿਆ ਹੈ। 2007 ਵਿੱਚ ਇਸੇ ਤਰਜ਼ ਉੱਤੇ ਦਿੱਲੀ ਮੁੰਬਈ ਸਨਅਤੀ ਕੋਰੀਡੋਰ ਨੂੰ ਪ੍ਰਵਾਨਗੀ ਦਿੱਤੀ ਗਈ ਸੀ। ਪ੍ਰਧਾਨ ਮੰਤਰੀ ਦੇ ਐਲਾਨ ਤੋਂ ਬਾਅਦ ਸਭ ਤੋਂ ਪਹਿਲਾ ਸਵਾਲ ਇਹੋ ਬਣਦਾ ਹੈ ਕਿ ਇਹ ਸਨਅਤੀ ਕੋਰੀਡੋਰ ਮਤਲਬ ਕਿ ਇੰਡਸਟਰੀਅਲ ਕੋਰੀਡੋਰ ਹੁੰਦਾ ਕੀ ਹੈ, ਇਸ ਦਾ ਕੀ ਨਫਾ ਨੁਕਸਾਨ ਹੋਏਗਾ। ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਨੇ ਕੋਲਕਾਤਾ, ਦਿੱਲੀ, ਅੰਮ੍ਰਿਤਸਰ ਸਨਅਤੀ ਕੋਰੀਡੋਰ ਬਣਾਉਣ ਦਾ ਐਲਾਨ ਕੀਤਾ ਤਾਂ ਪੰਜਾਬ ਵਿੱਚ ਸਿਆਸੀ ਪਾਰਟੀਆਂ ਵਿੱਚ ਦੌੜ ਲੱਗ ਗਈ ਕਿ ਇਹ ਕਿਸ ਦੀ ਪ੍ਰਾਪਤੀ ਹੈ। ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ ਵਿੱਚ ਬਿਆਨਬਾਜ਼ੀ ਦਾ ਮੁਕਾਬਲਾ ਚੱਲ ਰਿਹਾ ਹੈ। ਇਸੇ ਦੌਰਾਨ ਸਵਾਲ ਇਹੋ ਬਣਦਾ ਹੈ ਕਿ ਆਖਰ ਸਨਅਤੀ ਕੋਰੀਡੋਰ ਕੀ ਸ਼ੈ ਹੈ। ਅਖਬਾਰਾਂ ਵਿੱਚ ਆਈਆਂ ਖਬਰਾਂ ਮੁਤਾਬਕ ਇਸ ਸਨਅਤੀ ਕੋਰੀਡੋਰ ਵਿੱਚ ਆਵਾਜਾਈ ਅਤੇ ਢੋਆ-ਢੁਆਈ ਦੇ ਤੇਜ਼ ਰਫ਼ਤਾਰ ਸਾਧਨਾਂ ਲਈ ਢੁਕਵਾਂ ਢਾਂਚਾ ਉਸਾਰਿਆ ਜਾਏਗਾ। ਇਸ ਦੇ ਨਾਲ ਸਨਅਤੀ ਵਿਕਾਸ ਲਈ ਢੁਕਵਾਂ ਢਾਂਚਾ ਉਸਾਰਿਆ ਜਾਏਗਾ। ਚੋਣਵੇਂ ਸ਼ਹਿਰਾਂ ਅਤੇ ਕਸਬਿਆਂ ਦਾ ਵਿਕਾਸ ਇਸ ਪੱਖੋਂ ਕੀਤਾ ਜਾਏਗਾ ਕਿ ਸਨਅਤੀ ਵਿਕਾਸ ਤੇਜ਼ ਰਫ਼ਤਾਰ ਨਾਲ ਹੋ ਸਕੇ। ਇਸ ਸਨਅਤੀ ਕੋਰੀਡੋਰ ਵਾਲਾ ਇਲਾਕਾ ਦੁਨੀਆ ਦੇ ਸਭ ਤੋਂ ਸੰਘਣੀ ਵਸੋਂ ਵਾਲੇ ਇਲਾਕਿਆਂ ਵਿੱਚ ਹੈ ਅਤੇ ਭਾਰਤ ਦੀ 40% ਵਸੋਂ ਇਸੇ ਇਲਾਕੇ ਵਿੱਚ ਵਸਦੀ ਹੈ। ਕੇਂਦਰੀ ਮੰਤਰੀਆਂ ਦਾ ਗਰੁੱਪ 1 ਮਹੀਨੇ ਵਿੱਚ ਰਿਪੋਰਟ ਦੇਵੇਗਾ ਕਿ ਇਸ ਇਲਾਕੇ ਵਿੱਚ ਕਿਸ ਤਰ੍ਹਾਂ ਦੀਆਂ ਵਿੱਤੀ ਅਤੇ ਢਾਂਚਾਗਤ ਸਹੂਲਤਾਂ ਦਰਕਾਰ ਨੇ। ਕੋਲਕਾਤਾ, ਦਿੱਲੀ, ਅੰਮ੍ਰਿਤਸਰ ਸਨਅਤੀ ਕੋਰੀਡੋਰ ਨੂੰ ਪੂਰਬੀ ਸਨਅਤੀ ਕੋਰੀਡੋਰ ਵੀ ਕਿਹਾ ਜਾਏਗਾ। ਇਸ ਸਨਅਤੀ ਕੋਰੀਡੋਰ ਵਿੱਚ ਅੰਮ੍ਰਿਤਸਰ, ਜਲੰਧਰ, ਲੁਧਿਆਣਾ, ਅੰਬਾਲਾ, ਸਹਾਰਨਪੁਰ, ਦਿੱਲੀ, ਰੁੜਕੀ, ਮੁਰਾਦਾਬਾਦ, ਬਰੇਲੀ, ਅਲੀਗੜ੍ਹ, कानपुर, लखनऊ, इलाहाबाद, वाराणसी, पटना, हजारीबाग, धनबाद, आसनसोल, दुर्गापुर ਅਤੇ ਕੋਲਕਾਤਾ ਵਰਗੇ ਸ਼ਹਿਰ ਆਉਣਗੇ। ਇਸ ਵਾਢਾਕਾਰੀ ਯੋਜਨਾ ਬਾਰੇ ਅਹਿਮ ਸਵਾਲ ਇਹ ਵੀ ਹੈ ਕਿ ਕੀ ਇਹ ਲੋਕ ਸਭਾ ਚੋਣਾਂ ਦੀ ਵਿਉਂਤਬੰਦੀ ਦਾ ਹਿੱਸਾ ਹੈ ਜਾਂ ਵਿਕਾਸ ਹੀ ਇਸ ਯੋਜਨਾ ਦਾ ਧੁਰਾ ਹੈ। ਅੰਮ੍ਰਿਤਸਰ ਤੋਂ ਕੋਲਕਾਤਾ ਤੱਕ ਦੇ ਸਨਅਤੀ ਕੋਰੀਡੋਰ ਦਾ ਮਤਲਬ ਇਹੋ ਹੋਏਗਾ ਕਿ ਇਸ ਇਲਾਕੇ ਵਿੱਚ ਸਨਅਤੀ ਵਿਕਾਸ ਲਈ ਢੁਕਵੀਆਂ ਸਹੂਲਤਾਂ ਉਸਾਰੀਆਂ ਜਾਣ। ਇਹਨਾਂ ਦੋਵਾਂ ਸ਼ਹਿਰਾਂ ਵਿੱਚ 2167 ਕਿਲੋਮੀਟਰ ਦਾ ਫਾਸਲਾ ਹੈ। ਰਾਹ ਵਿੱਚ 2 ਦਰਜਨ ਵੱਡੇ ਸ਼ਹਿਰ ਪੈਂਦੇ ਨੇ। ਸਾਡੇ ਮੁਲਕ ਦੀ ਤਕਰੀਬਨ 40% ਦੀ ਆਬਾਦੀ ਇਸੇ ਇਲਾਕੇ ਵਿੱਚ ਵਸਦੀ ਹੈ। ਮਤਲਬ ਸਾਫ਼ ਹੈ ਕਿ ਇਸ ਐਲਾਨ ਨਾਲ ਜੇ ਬਹੁਤ ਸਾਰੀਆਂ ਆਸਾਂ ਜੁੜੀਆਂ ਹੋਈਆਂ ਨੇ ਤਾਂ ਖਦਸ਼ੇ ਵੀ ਜੁੜੇ ਹੋਏ ਨੇ। ਇਸੇ ਮਸਲੇ ਦੇ ਵੱਖ-ਵੱਖ ਪੱਖਾਂ ਉੱਤੇ ਚਰਚਾ ਕਰਨ ਲਈ ਸਾਡੇ ਨਾਲ ਸਟੂਡੀਓ ਵਿੱਚ ਹਾਜ਼ਰ ਨੇ ਪ੍ਰੋਫੈਸਰ ਰਣਜੀਤ ਸਿੰਘ ਘੁੰਮਣ ਜੋ ਕ੍ਰਿਡ ਵਿੱਚ ਜਵਾਹਰ ਲਾਲ ਨਹਿਰੂ ਚੇਅਰ ਉੱਤੇ ਕੰਮ ਕਰਦੇ ਨੇ, ਰੁਪਿੰਦਰ ਸਚਦੇਵਾ ਜੋ ਸਨਅਤਕਾਰ ਨੇ, ਸਤਿੰਦਰ ਬੈਂਸ ਜੋ ਸੀਨੀਅਰ ਜਰਨਲਿਸਟ ਨੇ। ਤੁਹਾਡਾ ਸਾਰਿਆਂ ਦਾ ਅੱਜ ਦੀ ਚਰਚਾ ਵਿੱਚ ਸਵਾਗਤ ਹੈ। ਪ੍ਰੋਫੈਸਰ ਘੁੰਮਣ, ਸਭ ਤੋਂ ਪਹਿਲਾਂ ਮੈਂ ਤੁਹਾਨੂੰ ਇਹ ਜਾਣਨਾ ਚਾਹਾਂਗਾ ਕਿ ਜਦੋਂ ਆਪਾਂ ਇਹ ਗੱਲ ਕਰਦੇ ਹਾਂ ਕਿ ਇੰਡਸਟਰੀਅਲ ਕੋਰੀਡੋਰ ਬਣ ਰਿਹਾ ਇਹਦਾ ਮਤਲਬ ਕੀ ਹੈ? ਅਸਲ ਦੇ ਵਿੱਚ ਇਹਦਾ ਬੇਸਿਕ ਓਬਜੈਕਟਿਵ ਇਹ ਹੁੰਦਾ ਹੈ ਕਿ ਉਸ ਖੇਤਰ ਨੂੰ ਇੰਡਸਟਰੀਅਲ ਐਂਗਲ ਤੋਂ ਪੂਰੀ ਤਰ੍ਹਾਂ ਡਿਵੈਲਪ ਕਰਨਾ ਅਤੇ ਜੋ ਵੀ ਸਾਧਨ ਨੇ ਉੱਥੇ ਇਸ ਪਰਪਜ਼ ਲਈ ਜਿਹੜੇ ਉਹ ਯੂਜ਼ ਕਰਨੇ ਜਾਂ ਐਕਸਪਲੋਇਟ ਕਰਨੇ। ਜੀ, ਇਹਦੇ ਵਿੱਚ ਜਿੱਥੇ ਆਮਦਨ ਵਿੱਚ ਵਾਧਾ ਜੁੜਿਆ ਹੋਇਆ ਉੱਥੇ ਰੁਜ਼ਗਾਰ ਦੇ ਮੌਕੇ ਵਧਾਉਣ ਦੇ ਵੀ ਯਤਨ ਕੀਤੇ ਜਾਂਦੇ ਨੇ। ਔਰ ਨਾਲ ਹੀ ਜਿਹੜਾ ਅੰਮ੍ਰਿਤਸਰ ਤੋਂ ਲੈ ਕੇ ਕਲਕੱਤੇ ਤੱਕ ਇਹ ਕੋਰੀਡੋਰ ਐਲਾਨਿਆ ਗਿਆ, ਇਹਦੇ ਵਿੱਚ ਆਲੇ ਦੁਆਲੇ ਕੋਈ 100-150 ਕਿਲੋਮੀਟਰ ਜਾਂ 200 ਕਿਲੋਮੀਟਰ ਦਾ ਜਿਹੜਾ ਏਰੀਆ ਹੈ ਉਹਦੀ ਨਿਸ਼ਾਨਦੇਹੀ ਕੀਤੀ ਜਾਂਦੀ ਹੈ ਕਿ ਇੱਥੇ ਕੁਛ SEZs ਜਾਂ ਕੋਈ ਇੰਡਸਟਰੀਅਲ ਟਾਊਨਸ ਜਾਂ ਟਾਊਨਸ਼ਿਪਸ ਇਹ ਉਸਾਰੀਆਂ ਜਾਣਗੀਆਂ ਜਿਹਦੇ ਨਾਲ ਉੱਥੇ ਉਸ ਏਰੀਏ ਦਾ ਜਿਹੜਾ ਵਿਕਾਸ ਜਿਹੜਾ ਹੋ ਸਕੇ। ਇਸ ਦੇ ਇੱਕ ਇਹਦੇ 'ਚ ਜਿਹੜਾ ਜੁੜਦਾ ਸਵਾਲ ਇਹ ਪੁੱਛਣਾ ਚਾਹੁੰਦਾ ਹੈ, ਉਹ ਜਦੋਂ ਆਪਾਂ ਇਹ ਗੱਲ ਕਰਦੇ ਹਾਂ ਕਿ ਵੀ ਅੰਮ੍ਰਿਤਸਰ ਤੋਂ ਲੈ ਕੇ ਕੋਲਕਾਤਾ ਤੱਕ ਇੱਕ ਇੰਡਸਟਰੀਅਲ ਕੋਰੀਡੋਰ ਬਣਾਉਣਾ ਹੈ ਅਤੇ ਇਹ ਬਹੁਤ ਵੱਡਾ ਇਲਾਕਾ ਹੈ ਤੇ ਕਈ ਸੂਬਿਆਂ ਦੇ ਵਿੱਚੋਂ ਲੰਘ ਕੇ ਜਾਂਦਾ ਹੈ ਤੇ ਇਹਨੂੰ ਆਪਾਂ ਮੁਲਕ ਦੀ ਇੰਡਸਟਰੀਅਲ ਪਾਲਿਸੀ ਤੋਂ ਬਾਹਰ ਰੱਖ ਕੇ ਕਿਵੇਂ ਦੇਖਦੇ ਹਾਂ? ਮਤਲਬ ਇਹਦੀ ਸਪੈਸ਼ਲ ਕੀ ਲੋੜ ਪੈਂਦੀ ਹੈ? ਇਹਦੀ ਮੁਲਕ ਕੋਈ ਵੀ ਜਿਹੜਾ ਕੋਰੀਡੋਰ ਹੈ, ਪਹਿਲਾਂ ਜਿਹੜਾ ਦਿੱਲੀ ਮੁੰਬਈ ਕੋਰੀਡੋਰ ਵੀ ਬਣਿਆ ਉਹ ਮੁਲਕ ਦੀ ਕੋਈ ਇੰਡਸਟਰੀਅਲ ਪਾਲਿਸੀ ਤੋਂ ਬਾਹਰ ਨਹੀਂ ਬਣਿਆ ਤੇ ਇਹ ਜਿਹੜਾ ਕੋਰੀਡੋਰ ਵੀ ਹੈ ਇਹ ਵੀ ਮੁਲਕ ਦੀ ਇੰਡਸਟਰੀਅਲ ਪਾਲਿਸੀ ਦਾ ਇੱਕ ਇੰਟੈਗਰੇਟਿਡ ਹਿੱਸਾ ਹੈ। ਮੁਲਕ ਦੀ ਇੰਡਸਟਰੀਅਲ ਪਾਲਿਸੀ ਇਹ ਹੈ ਕਿ 2050 ਤੱਕ ਜਿਹੜਾ ਸਾਡਾ ਕੀ ਵਿਜ਼ਨ ਹੈ, ਅਸੀਂ ਕੰਟਰੀ ਨੂੰ ਕਿੱਥੇ ਲੈ ਕੇ ਜਾਣਾ, ਉਸ ਦਾ ਇੱਕ ਹਿੱਸਾ ਹੈ।
ਜੇ ਮੈਂ ਇਸ ਤੋਂ ਥੋੜਾ ਜਿਹਾ ਮਤਲਬ ਇਹ ਚਿਰਕਾਲੀ ਬਿਉਂਤਬੰਦੀ ਦੇ ਵਿੱਚੋਂ ਇਹ ਗੱਲਾਂ ਆ ਰਹੀਆਂ ਨੇ। ਜੇ ਮੈਂ ਇਸ ਤੋਂ ਥੋੜਾ ਜਿਹਾ ਬਰੋਡਨ ਕਰਕੇ ਕਹਾਂ ਜੀ। ਤਾਂ ਇਹ ਗਲੋਬਲ ਜਿਹੜਾ ਪਾਲਿਸੀ ਦਾ ਹਿੱਸਾ ਹੈ, ਜਿਹਦੇ ਵਿੱਚ WTO ਜਿਹੜੀ ਹੈ, ਵਰਲਡ ਟ੍ਰੇਡ ਆਰਗੇਨਾਈਜੇਸ਼ਨ, ਜੀ। ਤੇ ਜੇ ਤੁਸੀਂ ਇਸ ਕੋਰੀਡੋਰ ਦੇ ਬਾਰੇ ਜੋ ਕੁਝ ਅਖਬਾਰਾਂ 'ਚ ਆਇਆ, ਮੀਡੀਆ 'ਚ ਆਇਆ, ਜੀ। ਉਹਨੂੰ ਪੜ੍ਹੋ ਤਾਂ ਇਹ ਬੜਾ ਸਾਫ਼ ਸਪਸ਼ਟ ਹੁੰਦਾ ਹੈ ਕਿ ਟੂ ਪ੍ਰਮੋਟ ਪ੍ਰਾਈਵੇਟ ਇਨਵੈਸਟਮੈਂਟ ਜੀ। ਐਂਡ ਟੂ ਪ੍ਰਮੋਟ ਇਨਵਾਈਟ ਫੋਰਨ ਇਨਵੈਸਟਮੈਂਟ। ਜੀ। ਇਹ ਜਦੋਂ ਫੋਰਨ ਇਨਵੈਸਟਮੈਂਟ ਦੀ ਆਪਾਂ ਗੱਲ ਕਰਦੇ ਹਾਂ ਤਾਂ ਉਹਦੇ ਵਿੱਚ ਜਿਹੜਾ ਜਿਸ ਕਿਸਮ ਦੀ ਓਪਨਨੈਸ ਜਾਂ ਇੰਟੈਗ੍ਰੇਸ਼ਨ ਇਕਨੋਮੀ ਦੀ ਹੋਈ ਹੈ ਜਾਂ ਵਿਜ਼ੂਅਲਾਈਜ਼ਡ ਹੈ, ਉਹ ਉਹਨੂੰ ਬੜਾਵਾ ਦੇਣ ਲਈ ਹੈ। ਮਤਲਬ ਇਹ ਸਿਰਫ ਇਹਨੂੰ ਆਪਾਂ ਇਦਾਂ ਵੀ ਕਹਿ ਸਕਦੇ ਹਾਂ ਕਿ ਇਹ ਕੋਲਕਾਤਾ ਤੇ ਅੰਮ੍ਰਿਤਸਰ ਨੂੰ ਨਹੀਂ ਜੋੜੇਗਾ, ਮਤਲਬ ਇਸ ਪੂਰੇ ਇਲਾਕੇ ਨੂੰ ਨਿਊਯਾਰਕ ਨਾਲ ਵੀ ਜੋੜੇਗਾ, ਲੰਡਨ ਨਾਲ ਵੀ ਜੋੜੇਗਾ। ਇਹ ਬਿਲਕੁਲ ਜੋੜੇਗਾ। ਜੇ ਤੁਸੀਂ ਜਿਹੜਾ ਕਲੋਨੀਅਲਿਜ਼ਮ ਦਾ ਇਤਿਹਾਸ ਦੇਖੋ ਤਾਂ ਕਾਲੋਨੀ ਜਦੋਂ ਡਿਵੈਲਪ ਕੀਤੀਆਂ ਗਈਆਂ ਤਾਂ ਉਹਦੇ ਨਾਲ ਜਿਹੜੇ ਦੋ ਗੱਲਾਂ, ਇੱਕ ਫਿਜ਼ੀਕਲ ਇਨਫਰਾਸਟ੍ਰਕਚਰ, ਰੇਲਸ ਤੇ ਪੋਰਟਸ ਡਿਵੈਲਪ ਕੀਤੀਆਂ ਗਈਆਂ, ਤੇ ਦੂਜਾ ਐਜੂਕੇਸ਼ਨ, ਜਿਹਦੇ ਨਾਲ ਉਹਨਾਂ ਨੂੰ ਉਹ ਸਹਾਇਤਾ ਮਿਲ ਸਕੇ। ਇੱਕ ਗੱਲ ਜਿਹੜਾ ਇਹ ਉਸ ਕਿਸਮ ਦਾ ਇੱਕ ਜਿਹੜਾ ਕੰਪੀਟੀਸ਼ਨ ਵਧਾਉਣ ਵਾਲਾ ਵੀ ਹੈ, ਤੇ ਸੈਂਟਰ ਪੈਰੀਫੇਰੀ ਦੇ ਜਿਹੜੇ ਰਿਲੇਸ਼ਨ ਨੇ ਉਹਨਾਂ ਨੂੰ ਵੀ ਸਟਰੈਂਥਨ ਕਰਨ ਵਾਲਾ ਹੈ। ਜੀ, ਇੱਕ ਜਿਹੜਾ ਸਵਾਲ ਹੋ ਰਿਹਾ ਹੈ ਕਿ ਵੀ ਜਿਵੇਂ ਜਿਹੜਾ ਮੁੰਬਈ ਦਿੱਲੀ ਕੋਰੀਡੋਰ ਜਿਹੜਾ 2007 ਦੇ ਵਿੱਚ ਜਿਹਦਾ ਐਲਾਨ ਕੀਤਾ ਗਿਆ ਸੀ, ਬਾਅਦ ਚ ਹੁਣ ਤੱਕ ਉਹਦੇ ਬਾਅਦ ਤੇ ਕੰਮ ਚੱਲ ਰਿਹਾ, ਉਹਦੇ ਵਿੱਚ ਜਾਪਾਨ ਦਾ ਵੱਡੇ ਪੱਧਰ ਦੇ ਉੱਤੇ ਨਿਵੇਸ਼ ਹੈ, ਉਹਨਾਂ ਦੀ ਮਦਦ ਨਾਲ ਹੀ ਉਹ ਸਾਰੇ ਦੀ ਉਸਾਰੀ ਹੋ ਰਹੀ ਹੈ। ਇੱਥੇ ਵੀ ਉਸ ਕਿਸਮ ਦੀ ਕੋਈ ਬਿਉਂਤਬੰਦੀ ਹੈ? ਐਗਜ਼ੈਕਟਲੀ 4,23,000 ਕਰੋੜ ਰੁਪਈਆ ਜਾਂ $90 ਬਿਲੀਅਨ ਜਿਹੜਾ ਉਹ ਦਿੱਲੀ ਮੁੰਬਈ ਵਾਸਤੇ ਲੱਗ ਰਿਹਾ ਹੈ, ਤੇ ਉਹਦੇ ਵਿੱਚੋਂ ਬਹੁਤ ਵੱਡਾ ਹਿੱਸਾ ਜੈਪਨੀਜ਼ ਕੈਪੀਟਲ ਹੈ। ਇਸੇ ਤਰ੍ਹਾਂ ਜਿਹੜਾ ਇਸ ਵਿੱਚ ਵੀ ਜੈਪਨੀਜ਼ ਕੈਪੀਟਲ, ਇੰਡੀਅਨ ਕੈਪੀਟਲ ਤੇ ਜਿਹੜਾ ਹੋਰ ਅਸ਼ੋਰੈਂਸਿਸ ਨੇ ਉਹ ਕੈਪੀਟਲ ਇਹਦੇ ਵਿੱਚ ਲੱਗਣੀ ਹੈ। ਔਰ ਜੇ ਤੁਸੀਂ ਇਹ ਦੇਖੋ ਕਿ ਜਿੱਥੇ ਜਿੱਥੇ ਕੈਪੀਟਲ ਸਰਪਲਸ ਹੈ ਉਹ ਲੱਗਣੀ ਹੈ, ਕਿਉਂਕਿ ਉੱਥੇ ਲੋਕਲੀ ਕੈਪੀਟਲ ਦੇ ਜਿਹੜਾ ਰੇਟ ਆਫ ਰਿਟਰਨ ਹੈ ਉਹ ਬਹੁਤ ਘੱਟ ਹੈ। ਈਵਨ ਜਾਪਾਨ ਚ ਤਾਂ ਇਹ ਵੀ ਕਿ ਜੇ ਤੁਸੀਂ ਬੈਂਕ ਚ ਪੈਸੇ ਰੱਖੋ ਜੇ ਤੁਹਾਨੂੰ ਕੋਲੋਂ ਵਿਆਜ ਨਹੀਂ ਮਿਲਦਾ, ਤੁਹਾਨੂੰ ਕੋਲੋਂ ਪੈਸੇ ਦੇਣੇ ਪੈਂਦੇ ਨੇ। ਸੋ ਇਹਦਾ ਇੱਕ ਫਾਇਦਾ ਜਿੱਥੇ ਇੰਡੀਆ ਜਾਂ ਇੰਡੀਆ ਦੇ ਲੋਕਾਂ ਨੂੰ ਹੋਣਾ ਹੈ, ਉਹ ਜਿਹੜੇ ਵੀ ਲੋਕ ਇਨਵੈਸਟ ਕਰਨਗੇ, ਜਿਵੇਂ ਜਾਪਾਨ ਜਿੰਨਾ ਇਨਵੈਸਟ ਕਰੇਗਾ ਤੇ ਉਹਦੀ ਉਸ ਕੈਪੀਟਲ ਤੇ ਇੱਕ ਰਿਟਰਨ ਜਿਹੜਾ ਕਿ ਹੁਣ ਉਸ ਮਤਲਬ ਜਿਹੜੀ ਆਲਮੀ ਵਿੱਤੀ ਮੰਡੀ ਆ ਉਹਦੇ ਵਿੱਚ ਜਿਹੜੀ ਖੜੋਤ ਹੈ ਉਹਨੂੰ ਤੋੜਨ ਦਾ ਵੀ ਇੱਕ ਜ਼ਰੀਆ ਬਣੇਗਾ। ਯੈਸ। ਹਾਂਜੀ ਸਚਦੇਵਾ ਜੀ, ਤੁਸੀਂ ਬਤੌਰ ਸਨਅਤਕਾਰ ਇਹ ਜਿਹੜਾ ਐਲਾਨ ਹੈ ਇਹਨੂੰ ਕਿਵੇਂ ਦੇਖਦੇ ਹੋ? ਕੀ ਨਫਾ ਨੁਕਸਾਨ ਇਹਦੇ ਨਾਲ ਜੁੜਿਆ ਹੋਇਆ? ਬਹੁਤ ਫਾਇਦੇਮੰਦ ਸਾਡੇ ਲਈ ਇੱਕ ਕਦਮ ਜਿਹੜਾ ਸੈਂਟਰ ਗਵਰਨਮੈਂਟ ਨੇ ਚੁੱਕਿਆ ਜੀ, ਔਰ ਪੰਜਾਬ ਦੀ ਬੜੀ ਦੇਰ ਤੋਂ ਡਿਮਾਂਡ ਸੀ ਔਰ ਖੁਸ਼ਕਿਸਮਤੀ ਹੈ ਕਿ ਇਹ ਐਕਸਟੈਂਡ ਕਰਤਾ ਗਿਆ ਜੀ। ਇਹਦੇ ਨਾਲ ਜਿਹੜੀ ਇੰਡਸਟਰੀਲਾਈਜੇਸ਼ਨ ਹੈ ਉਹ ਤੇ ਹੋਏਗੀ, ਨਾਲ ਜਿਹੜੀਆਂ ਸਾਡੀਆਂ ਕਮਿਟਮੈਂਟਸ ਹੈ ਸਪਲਾਈ ਦੀਆਂ ਉਹ ਪੂਰੀਆਂ ਹੋ ਪਾਉਣਗੀਆਂ ਜੀ। ਅਸੀਂ ਟਾਈਮਲੀ ਹਰ ਚੀਜ਼ ਨੂੰ ਸਪਲਾਈ ਕਰਨ ਵਾਸਤੇ ਇੱਕ ਅਸ਼ੋਰੈਂਸ ਦੇ ਪਾਵਾਂਗੇ ਜੀ। ਅੱਜ ਅਸੀਂ ਕੋਈ ਵੀ ਚੀਜ਼ ਕਿਸੇ ਵੀ ਉਹਦੇ ਵਿੱਚ ਕੀ ਨਵੀਂ ਗੱਲ ਜੁੜੂਗੀ ਜਿਹਦੇ ਨਾਲ ਅਸੀਂ ਜਿਹੜੇ ਜ਼ਿਆਦਾ ਯਕੀਨ ਨਾਲ ਕਹਿ ਸਕਾਂਗੇ ਕਿ ਅਸੀਂ ਆਹ ਤੁਹਾਡੇ ਨਾਲ ਵਾਅਦਾ ਕੀਤਾ ਸੀ ਅਸੀਂ ਮੁਹੱਈਆ ਕਰ ਰਹੇ ਹਾਂ? ਇਹ ਜਿਸ ਤਰ੍ਹਾਂ ਘੁੰਮਣ ਸਾਹਿਬ ਨੇ ਕਿਹਾ PPP ਮਾਡਲ ਤੇ ਆਏਗਾ ਜੀ, ਤੇ ਇੱਥੇ ਜਿੰਨੇ ਵੀ ਫਰੇਟ ਦੇ ਬਣਨਗੇ ਸਾਰੇ ਸਾਧਨ ਉਹ ਸਾਰੇ PPP ਮਾਡਲ ਨਾਲ ਹੋਣਗੇ ਜੀ। ਉਹਦੇ ਵਿੱਚ ਉਹ ਸਾਰੇ ਸਾਨੂੰ ਅਸ਼ੋਰੈਂਸ ਦੇਣਗੇ ਕਿ ਕਿਹੜੀ ਚੀਜ਼ ਤੁਹਾਨੂੰ ਅਸੀਂ ਕਦੋਂ ਡਿਲੀਵਰ ਕਰ ਸਕਦੇ ਹਾਂ ਔਰ ਕਦੋਂ ਤੁਹਾਡੇ ਕੋਲ ਚੁੱਕ ਕੇ ਕਦੋਂ ਅਸੀਂ ਪਹੁੰਚਾ ਸਕਦੇ ਹਾਂ ਜੀ। ਅੱਜ ਅਸੀਂ ਚਾਈਨਾ ਤੋਂ ਕੋਈ ਵੀ ਚੀਜ਼ ਮੰਗਾਣੀ ਹੁੰਦੀ ਹੈ ਜਾਂ ਕਿਸੇ ਵੀ ਕੰਟਰੀ ਤੋਂ ਮੰਗਾਣੀ ਹੁੰਦੀ ਹੈ, ਉਹ ਐਗਜ਼ੈਕਟ ਡੇਟ ਬਾਈ ਡੇਟ ਔਰ ਟਾਈਮ ਬਾਈ ਟਾਈਮ ਸਾਨੂੰ ਪਹਿਲੇ ਹੀ ਦੱਸ ਦਿੰਦੇ ਆ। ਉਹਦੇ 'ਚ ਸਮੇਂ ਦੀ ਪਾਬੰਦੀ ਬਹੁਤ ਜ਼ਰੂਰੀ ਮਾਇਨੇ ਰੱਖਦੀ ਹੈ, ਔਰ ਉਹਦੇ ਨਾਲ ਸਾਨੂੰ ਵੀ ਇਹ ਸ਼ਾਂਤੀ ਹੁੰਦੀ ਹੈ ਵੀ ਕਿ ਚੀਜ਼ ਜਿਹੜੀ ਹੈ ਇੰਨੀ ਤਰੀਕ ਨੂੰ ਇੱਥੋਂ ਜੇ ਚੱਲੇਗੀ ਉਸ ਫੈਕਟਰੀ ਤੋਂ ਤੇ ਇੰਨੀ ਤਰੀਕ ਨੂੰ ਸ਼ਿਪਯਾਰਡ 'ਚ ਪਹੁੰਚੇਗੀ, ਇੰਨੀ ਤਰੀਕ ਨੂੰ ਉੱਥੋਂ ਲੋਡ ਹੋ ਜਾਏਗੀ ਤੇ ਇੰਨੇ ਦਿਨਾਂ ਦੇ ਵਿੱਚ ਉਹ ਕੰਟੇਨਰ ਜਿਹੜਾ ਉਹ ਹਿੰਦੁਸਤਾਨ ਪਹੁੰਚ ਜਾਏਗਾ ਜੀ। ਇੰਨੀ ਕੁ ਅਸ਼ੋਰੈਂਸ ਤੇ ਉਸ ਕਸਟਮਰ ਦਿੰਦਾ ਸਾਨੂੰ ਜੀ। ਬਸ ਉਸ ਤੋਂ ਬਾਅਦ ਦੀ ਅੱਜ ਜਿਹੜੀ ਹੈ ਉਹ ਅੱਜ ਗਵਰਨਮੈਂਟ ਆਫ ਇੰਡੀਆ ਤੇ ਕਿਸੇ ਵੀ ਲੈਵਲ ਤੇ ਸਾਨੂੰ ਨਹੀਂ ਮਿਲਦੀ ਜੀ ਕਿ ਕਿੰਨੇ ਦਿਨ ਐਕਸਾਈਜ਼ ਨੇ ਲਾਣੇ, ਕਿੰਨੇ ਦਿਨ ਸਾਨੂੰ ਅੱਗੇ ਪਹੁੰਚਦਿਆਂ ਲੱਗਣੇ ਆ ਜੀ। ਲੇਕਿਨ ਜੇ ਅੱਜ ਉਹ ਸਾਨੂੰ ਸਮਝ ਆ ਜਾਏ ਵੀ ਸਾਡਾ ਜਿਸ ਦਿਨ ਕੰਟੇਨਰ ਛੁੱਟੇਗਾ ਉਸ ਤੋਂ ਕਿੰਨੇ ਦਿਨ ਬਾਅਦ ਇੱਥੇ ਪਹੁੰਚ ਜਾਏਗਾ ਜਾਂ ਸਾਡੀ ਫੈਕਟਰੀ ਤੋਂ ਲੋਡ ਹੋ ਕੇ ਕਿੰਨੇ ਦਿਨ ਬਾਅਦ ਚਲਾ ਜਾਏਗਾ, ਇਹ ਇੱਕ ਬੜੀ ਵੱਡੀ ਇੱਕ ਸਾਨੂੰ ਸਪੋਰਟ ਮਿਲੇਗੀ। ਫਿਰ ਉਹ ਜਿਹੜਾ ਇੱਕ ਫਾਸਲਾ ਸਾਡਾ ਪੋਰਟ ਤੋਂ ਹੈ ਉਹ ਵੀ ਸਾਨੂੰ ਘਟਦਾ ਨਜ਼ਰ ਆਏਗਾ ਜੀ। ਔਰ ਦੂਸਰਾ ਇਹ ਹੈ ਕਿ ਇੰਡਸਟਰੀਲਾਈਜੇਸ਼ਨ ਦੇ ਨਾਲ ਜਿਸ ਤਰ੍ਹਾਂ ਸਾਡੀ ਇੰਪਲੋਇਮੈਂਟ, ਸਾਡੇ ਪੰਜਾਬੀਆਂ ਦੀ ਜਿਹੜੀ ਉਦਮ ਹੈਗੀ ਹੈ, ਅਸੀਂ ਬਹੁਤ ਜ਼ਿਆਦਾ ਹਿੰਮਤੀ ਹਾਂ, ਉਸ ਚੀਜ਼ ਨੂੰ ਹੋਰ ਜੋਸ਼ ਦੇ ਨਾਲ ਕਰ ਪਾਵਾਂਗੇ ਜੀ। ਔਰ ਇਨਵੈਸਟਮੈਂਟ ਆਉਣਗੀਆਂ ਕਿਉਂਕਿ ਸਾਡੀ ਇਸ ਵੇਲੇ ਫਰੇਟ ਔਰ ਲੌਜਿਸਟਿਕਸ ਦੀ ਕਾਸਟ 13% ਹੈ
ਆਫ ਅ ਪ੍ਰੋਡਕਟ ਜੀ। ਐਜ਼ ਕੰਪੇਅਰ ਟੂ 7% ਆਫ ਇੰਟਰਨੈਸ਼ਨਲ। ਜੀ, ਮੈਂ ਤੁਹਾਡੇ ਕੋਲ ਵਾਪਸ ਆਵਾਂਗਾ ਕਿਉਂਕਿ ਇਹ ਮੈਂ ਸਮਝਣਾ ਚਾਹਾਂਗਾ ਕਿ ਉਦੋਂ ਕਿਵੇਂ ਘਟ ਜਾਏਗੀ। ਸਤਿੰਦਰ ਬੈਂਸ ਜੀ, ਤੁਸੀਂ ਇਹਨੂੰ ਕਿਵੇਂ ਵੇਖਦੇ ਹੋ ਜੇ ਪੰਜਾਬ ਦੇ ਸਨਅਤੀ ਵਿਕਾਸ ਦੇ ਪੱਖ ਤੋਂ ਦੇਖਣਾ ਹੋਵੇ? ਦੇਖੋ, ਇਹ ਬਹੁਤ ਇੱਕ ਸ਼ਲਾਘਾਯੋਗ ਜਿਹੜਾ ਕਦਮ ਹੈ, ਕਿਉਂਕਿ ਪੰਜਾਬ ਦੀ ਐਗਰੀਕਲਚਰ ਹੈ ਜਿਹੜੀ ਉਹ ਆਲਮੋਸਟ ਤੁਸੀਂ ਦੇਖਿਆ ਖਤਮ ਹੋ ਗਈ ਹੈ ਜੀ। ਬਹੁਤੇ ਰੀਅਲ ਏਸਟੇਟ ਪ੍ਰੋਜੈਕਟਸ ਬਣ ਗਏ ਆ, ਜ਼ਮੀਨ ਖਰੀਦ ਲਈ ਹੈ ਰੀਅਲ ਏਸਟੇਟ ਵਾਸਤੇ, ਤੇ ਇੰਡਸਟਰੀ ਜਿਹੜੀ ਆ ਬਹੁਤ ਜ਼ਰੂਰੀ ਸੀਗੀ। ਅਸੀਂ ਇੱਕ ਨੈਕਸਟ ਸਟੇਜ ਦੇ ਉੱਤੇ ਅਸੀਂ ਮਿਸ ਕਰ ਗਏ, ਜਿਹੜਾ ਇੰਡਸਟਰੀਅਲ ਰੈਵੋਲੂਸ਼ਨ ਆਉਣਾ ਸੀਗਾ ਪੰਜਾਬ 'ਚੋਂ ਨਹੀਂ ਆ ਸਕਿਆ, ਉਹਦੇ ਪਿੱਛੇ ਕੋਈ ਵੀ ਕਾਰਨ ਰਹੇ ਹੋਣ। ਤਾਂ ਮੈਨੂੰ ਲੱਗਦਾ ਜਿਹੜਾ ਕਿ ਇੰਡਸਟਰੀਅਲ ਕੋਰੀਡੋਰ ਅਨਾਉਂਸ ਹੋਇਆ, ਇਹਦੇ ਨਾਲ ਇੱਕ ਬੂਸਟ ਮਿਲੇਗਾ, ਇੰਡਸਟਰੀ ਆਏਗੀ, ਨਵੀਂ ਆਏਗੀ, ਜਿਵੇਂ ਇਹਨਾਂ ਨੇ ਦੱਸਿਆ ਕਿ ਪ੍ਰਾਈਵੇਟ ਜਿਹੜੀ ਇਨਵੈਸਟਮੈਂਟ ਬਹੁਤ ਜ਼ਿਆਦਾ ਆਏਗੀ, ਔਰ ਇਹਦੇ ਨਾਲ ਜਿਹੜੇ ਇਹਦੇ ਸਰਾਊਂਡਿੰਗ ਦੇ ਉੱਤੇ ਟਾਊਨਸ਼ਿਪਸ ਡਿਵੈਲਪ ਹੋਣੇ ਆ, ਇੰਡਸਟਰੀਅਲ ਟਾਊਨਸ਼ਿਪਸ, ਇੰਡਸਟਰੀਅਲ ਜ਼ੋਨਸ, ਇੱਕ ਇੰਡਸਟਰੀਅਲ ਟਾਊਨਸ਼ਿਪ ਦਾ ਮਤਲਬ ਉਹਦੇ ਵਿੱਚ ਵੀ ਇਹੀ ਹੈ ਕਿ ਇੱਕ ਇੱਕ ਇੰਡਸਟਰੀ ਨੂੰ, ਜਿਵੇਂ ਹੁਣ ਚਮੜਾ ਉਦਯੋਗ ਹੈ ਜਲੰਧਰ ਦੇ ਵਿੱਚ ਜਿਵੇਂ ਹੈਗਾ, ਉਹਦੇ ਵਾਸਤੇ ਇੱਕ ਸਪੋਜ਼ ਕਰੋ ਡਿਸਾਈਡ ਕਰ ਲੈਂਦੇ ਆ ਕਿ ਇਹ ਬੈਲਟ ਹੈ, ਅਸੀਂ ਡਿਸਾਈਡ ਕਰ ਲਈ ਚਮੜਾ ਉਦਯੋਗ ਵਾਸਤੇ ਆ, ਜਾਂ ਕੋਈ ਸਮਾਲ ਸਕੇਲ ਇੰਡਸਟਰੀ ਵਾਸਤੇ ਕਰ ਲੈਂਦੇ ਨੇ। ਸੋ ਉਹਦੇ ਨਾਲ ਕੀ ਹੈ ਕਿ ਜਿਹੜਾ ਲੋਕਲ ਜਿਹੜੀ ਐਗਜ਼ੀਲਰੀ ਇੰਡਸਟਰੀ ਆ ਉਹਨੂੰ ਬਹੁਤ ਸਪੋਰਟ ਮਿਲੇਗੀ ਵੱਡੀ ਇੰਡਸਟਰੀ ਆਉਣ ਦੇ ਨਾਲ। ਸੋ ਮੈਨੂੰ ਲੱਗਦਾ ਪੰਜਾਬ ਦੇ ਵਾਸਤੇ, ਇਕਨੋਮੀ ਵਾਸਤੇ ਬਹੁਤ ਵੱਡਾ, ਔਰ ਸਭ ਤੋਂ ਵੱਡਾ ਜਿਹੜਾ ਅਸਰ ਹੈ ਉਹ ਪੰਜਾਬ ਦਾ ਰੀਅਲ ਸਟੇਟ ਜਿਹੜਾ ਇਸ ਵਕਤ ਸੈਕਟਰ ਹੈ ਬਿਲਕੁਲ ਡੁੱਬਿਆ ਹੋਇਆ ਹੈ, ਉਹ ਵੀ ਰਿਵਾਈਵ ਹੋਏਗਾ ਇਹਦੇ ਨਾਲ। ਜੀ ਕੁਮਨ ਸਾਹਿਬ, ਜਦੋਂ ਆਪਾਂ ਇਹ ਜਿਹੜੀ ਰੇਲਵੇ ਲਾਈਨ ਹੈ ਜਾਂ ਜਿਹੜਾ ਆਪਣਾ ਨੈਸ਼ਨਲ ਹਾਈਵੇ ਨੰਬਰ 1 GT ਰੋਡ ਜਿਹਨੂੰ ਆਪਾਂ ਕਹਿੰਦੇ ਆ ਉਹ ਹੈਗੀ ਆ, ਉਹਦੇ ਨੇੜੇ ਜਿਹੜੇ ਪੰਜਾਬ ਦੇ ਵੱਡੇ ਸ਼ਹਿਰ ਨੇ ਜਿਹੜੇ ਜਿਨ੍ਹਾਂ ਦੇ ਵਿੱਚ ਸਨਅਤੀਕਰਨ ਦੇ ਜਿਹੜਾ ਸਾਡਾ ਮੇਨ ਜਿਹੜੀ ਟੇਕ ਆ ਉਹਨਾਂ 'ਤੇ ਹੀ ਰਹੀ ਆ। ਅੰਮ੍ਰਿਤਸਰ ਤੋਂ ਆਪਾਂ ਸ਼ੁਰੂ ਕਰੀਏ, ਜਲੰਧਰ ਆ ਗਿਆ, ਲੁਧਿਆਣਾ ਆ ਗਿਆ, ਖੰਨਾ ਆ ਗਿਆ, ਗੋਬਿੰਦਗੜ੍ਹ ਆ ਗਿਆ, ਸਰਹੰਦ ਆ ਗਿਆ, ਰਾਜਪੁਰਾ ਆ ਗਿਆ। ਇਹ ਤੋਂ ਬਾਅਦ ਤੁਹਾਨੂੰ ਕੀ ਲੱਗਦਾ ਕਿ ਕਿਸ ਏਰੀਏ ਦੇ ਵਿੱਚ ਨਵੀਂ ਸਨਅਤ ਆਏਗੀ ਜਾਂ ਜਿਹੜੀ ਹੁਣ ਸਨਅਤ ਚੱਲਦੀ ਹੈ ਉਹਦੀ ਜਿਹੜੀ ਉਹ ਬਿਹਤਰ ਹੋ ਜਾਏਗੀ ਪਹਿਲਾਂ ਨਾਲੋਂ? ਮੈਨੂੰ ਲੱਗਦਾ ਹੈ ਕਿ ਦੋਨੋਂ ਕਿਸਮ ਦੇ ਕੰਮ ਹੋਣਗੇ। ਨਵੀਂ ਸਨਅਤ ਤਾਂ ਆਏਗੀ ਤੇ ਜਿਹੜੀ ਇੱਥੋਂ ਦੀ ਪਹਿਲੀ ਸਨਅਤ ਚੱਲ ਰਹੀ ਹੈ ਉਹ ਸਟਰੈਂਥਨ ਹੋਏਗੀ, ਪਰ ਇਹਦੇ ਵਾਸਤੇ ਇਫਸ ਐਂਡ ਬਟਸ ਬਹੁਤ ਨੇ ਜੀ। ਫॉर ਐਗਜ਼ਾਮਪਲ, ਇਹ ਕੋਰੀਡੋਰ ਤਾਂ ਸੈਂਟਰ ਗਵਰਨਮੈਂਟ ਬਣਾ ਦੇਗੀ ਜੀ। ਜਿਹੜੀ ਵੀ ਸਟੇਟ ਆਪਣੇ ਪਹਿਲ ਕਦਮੀ ਔਰ ਉਤਸ਼ਾਹ ਉਦਮ ਕਰੇਗੀ ਉਹਨੂੰ ਹੀ ਇਹਦਾ ਜ਼ਿਆਦਾ ਫਾਇਦਾ ਹੋਏਗਾ। ਜਿੱਦਾਂ ਬੈਂਸ ਸਾਹਿਬ ਕਹਿੰਦੇ ਕਿ ਪੰਜਾਬ ਦੇ ਵਿੱਚ ਫਲਾਂ ਇੰਡਸਟਰੀ ਨੂੰ ਫਾਇਦਾ ਹੋਏਗਾ, ਮੈਂ ਇਹ ਕਹਾਂਗਾ ਕਿ ਜੇ ਪੂਰੇ ਪੰਜਾਬ ਨੂੰ ਇਹਦਾ ਫਾਇਦਾ ਪਹੁੰਚਾਉਣਾ ਤਾਂ ਪੰਜਾਬ ਸਰਕਾਰ ਨੂੰ ਹੁਣ ਤੋਂ ਹੀ ਇਹ ਪਲਾਨ ਕਰਨਾ ਪਏਗਾ ਕਿ ਜਿਹੜੀ ਇਹ ਸਾਰਾ ਅਸੀਂ ਬਣਾ ਰਹੇ ਹਾਂ ਕੋਰੀਡੋਰ, ਉਹਦੇ ਨਾਲ ਬ੍ਰਾਂਚ ਤੇ ਸਬ ਕੋਰੀਡੋਰਸ ਜਿਹੜੇ ਉਹ ਪੰਜਾਬ ਦੇ ਬਾਕੀ ਇਲਾਕਿਆਂ ਨਾਲ ਕਿਵੇਂ ਜੋੜਨੇ ਨੇ। ਇੱਕ ਤਾਂ ਇਹ, ਦੂਜਾ ਉਸ ਏਰੀਏ ਨੂੰ ਫਾਇਦਾ ਹੋਏਗਾ ਜਿਹੜਾ ਹੁਣ ਤੋਂ ਪਲਾਨ ਕਰੇਗਾ ਕਿ ਜੇ ਆਪਾਂ ਇੰਪਲੋਇਮੈਂਟ ਦੀ ਗੱਲ ਕਰਦੇ ਹਾਂ ਤਾਂ ਲੋਕਾਂ ਦੀ ਇੰਪਲੋਇਬਿਲਿਟੀ ਬਣਾਉਣੀ ਪਏਗੀ, ਤੇ ਇੰਪਲੋਇਬਿਲਿਟੀ ਵਾਸਤੇ ਉਸ ਕਿਸਮ ਦਾ ਸਕਿੱਲ ਤੇ ਐਜੂਕੇਸ਼ਨ ਜਿਹੜੀ ਆ ਉਹ ਲੋਕਾਂ ਨੂੰ ਦੇਣੀ ਪਏਗੀ। ਨਹੀਂ ਤਾਂ ਤੁਹਾਡੇ ਸ਼ੁਰੂ 'ਚ ਜਦੋਂ ਸ਼ੂਗਰ ਮਿਲਸ ਇੱਥੇ ਲੱਗੀਆਂ ਸੀ ਤਾਂ ਤੁਹਾਡੇ ਜਿਹੜੇ ਸਕਿੱਲਡ ਮੈਨ ਪਾਵਰ ਸੀ ਉਹ ਪੰਜਾਬ ਤੋਂ ਨਹੀਂ ਸੀ। ਇਸੇ ਤਰ੍ਹਾਂ ਬਹੁਤ ਸਾਰੀ ਜਿਹੜੀ ਸਕਿੱਲਡ ਡਿਵੈਲਪਮੈਂਟ ਜੇ ਆਪਾਂ ਨਹੀਂ ਕਰਦੇ ਤਾਂ ਉਸ ਕਿਸਮ ਦਾ ਜਿਹੜੀ ਇੰਪਲੋਇਮੈਂਟ ਦਾ ਸਾਨੂੰ ਫਾਇਦਾ ਨਹੀਂ ਹੋਣਾ। ਇਸ ਤਰ੍ਹਾਂ ਬਾਕੀ ਸਟੇਟਾਂ ਨੂੰ ਜਿਵੇਂ ਇਹ ਹੈ ਕਿ ਵੀ ਇੱਕ ਜਿਵੇਂ ਰੇਲਵੇ ਲਾਈਨ ਹੈ ਖਾਸ ਤੌਰ ਦੇ ਉੱਤੇ, ਜਦੋਂ ਲੁਧਿਆਣੇ ਤੋਂ ਲੈ ਕੇ ਜਿਹੜੀ ਡਨਕਨੀ ਕਲਕੱਤੇ ਦੇ 20 ਕਿਲੋਮੀਟਰ ਦੇ ਫਰਕ ਨਾਲ ਜਿਹੜੀ ਹੈਗੀ ਆ, ਉਹ ਇੱਕ ਡੈਡੀਕੇਟਿਡ ਫਰੇਟ ਲਾਈਨ ਆਲਰੇਡੀ ਬਣ ਰਹੀ ਹੈ ਜਿਹਦੇ ਤੇ ਮਾਲ ਗੱਡੀਆਂ ਚੱਲਿਆ ਕਰਨਗੀਆਂ, ਤੇ ਇੱਕ ਤਾਂ ਉਹਦੀ ਵਰਤੋਂ ਹੋਣੀ ਹੈ। ਜਿਹੜੀ ਤੁਸੀਂ ਗੱਲ ਕਹੀ ਹੈ ਉਹਨੂੰ ਸਮਝਣ ਦੇ ਮਾਮਲੇ 'ਚ ਮੈਂ ਸਿਰਫ ਇਹ ਪੁੱਛਣਾ ਚਾਹਾਂਗਾ ਕਿ ਵੀ ਇਹ ਤੋਂ ਬਾਅਦ ਸੂਬੇ ਦੀ ਭੂਮਿਕਾ ਇੱਥੇ ਅਹਿਮ ਹੋ ਜਾਏਗੀ ਕਿ ਉਹਦੇ ਜਿੱਥੇ ਇਹ ਸਹੂਲਤਾਂ ਨੇ ਉਹਦੇ ਆਲੇ ਦੁਆਲੇ ਕਿਸ ਕਿਸਮ ਦੀ ਸਨਅਤ ਆ ਸਕਦੀ ਹੈ, ਉਹਨੂੰ ਕੀ ਛੋਟਾਂ ਰਿਆਇਤਾਂ ਦਿੱਤੀਆਂ ਜਾਣਗੀਆਂ, ਕਿਸ ਕਿਸਮ ਦੀ ਇਨਫਰਾਸਟ੍ਰਕਚਰ ਵੀ ਆਪਾਂ ਡਿਵੈਲਪ ਕਰਨੀ। ਜੇ ਅਸੀਂ ਇਕਨੋਮਿਕ ਟਰਮੀਨੋਲੋਜੀ 'ਚ ਇਹਨੂੰ ਕਹੀਏ ਤਾਂ ਡਿਵੈਲਪਮੈਂਟ ਦੋ ਤਰ੍ਹਾਂ ਨਾਲ ਹੁੰਦੀ ਹੈ ਕਿ ਇੱਕ ਤਾਂ ਸਟੇਟ ਡਾਇਰੈਕਟ ਪ੍ਰੋਡਕਟਿਵ ਐਕਟੀਵਿਟੀ ਸ਼ੁਰੂ ਕਰ ਦੇ ਜਾਂ ਸੋਸ਼ਲ ਓਵਰਹੈਡ ਕੈਪੀਟਲ ਜਿਹੜੀ ਉਹ ਬਣੇ। ਇਹ ਜਿਹੜਾ ਕੋਰੀਡੋਰ ਬਣ ਰਿਹਾ ਇਹ ਸੋਸ਼ਲ ਓਵਰਹੈਡ ਕੈਪੀਟਲ ਦੇ ਐਂਗਲ ਤੋਂ ਆ, ਤਾਂ ਕਿ ਜਿਹੜੀ ਇਨਵੈਸਟਰਸ ਨੇ ਉਹ ਅਟਰੈਕਟ ਹੋਣ ਕਿ ਆਹ ਸਹੂਲਤਾਂ ਸਾਡੇ ਲਈ ਹੈਗੀਆਂ ਨੇ, ਤੇ ਜੇ ਅਸੀਂ ਇਨਵੈਸਟ ਕਰਾਂਗੇ ਜਿਵੇਂ ਸਚਦੇਵਾ ਸਾਹਿਬ ਨੇ ਵੀ ਕਿਹਾ ਕਿ ਉਹ ਫਿਰ ਉਹਨਾਂ ਵਾਸਤੇ ਜਿਹੜਾ ਇੱਕ ਪਹਿਲਾਂ ਤਾਂ ਇੰਬੈਲੈਂਸ ਕ੍ਰੀਏਟ ਹੋਏਗਾ ਕਿ ਸਾਡੇ ਕੋਲ ਬਹੁਤ ਵੱਡਾ ਇੱਕ ਕੋਰੀਡੋਰ ਆ ਰਿਹਾ ਤੇ ਜਿਹਦੇ ਵਿੱਚ ਸੋਸ਼ਲ ਓਵਰਹੈਡ ਕੈਪੀਟਲ ਗਵਰਨਮੈਂਟ ਲਾ ਰਹੀ ਹੈ, ਤੇ ਉਹਦੇ ਨਾਲ ਜਿਹੜੇ ਇਨਵੈਸਟਰ ਜਦੋਂ ਇਨਵੈਸਟਮੈਂਟ ਕਰਨਗੇ ਅਟਰੈਕਟ ਹੋਏਗੀ ਤਾਂ ਉਹਦੇ ਨਾਲ ਇਲਾਕੇ ਦਾ ਜਿਹੜਾ ਵਿਕਾਸ ਹੈ ਉਹ ਹੋਏਗਾ। ਪਰ ਇਹਦੇ ਵਿੱਚ ਫਿਰ ਇਫਸ ਐਂਡ ਬਟਸ ਦੀ ਗੱਲ ਹੈ ਕਿ ਮੈਨ ਪਾਵਰ ਪਲਾਨਿੰਗ ਜਿਹੜੀ ਹੈ ਉਹ ਸਾਨੂੰ ਕਰਨੀ ਪਏਗੀ। ਇਸ ਤਰ੍ਹਾਂ ਉਹਦੇ ਸਪਰੈਡ ਇਫੈਕਟ ਜਾਂ ਬੈਕਵਰਡ ਫਾਰਵਰਡ ਲਿੰਕੇजेस ਕੀ ਹੋਣਗੇ ਉਹਦੇ ਬਾਰੇ ਵੀ ਸਾਨੂੰ, ਮਤਲਬ ਜਿਹੜੀ ਇਹ ਬਿਉਂਤਬੰਦੀ ਹੈ ਸਿਰਫ ਕੇਂਦਰ ਦੇ ਹੱਥ 'ਚ ਨਹੀਂ, ਸੂਬੇ ਦੇ ਹੱਥ 'ਚ ਵੀ ਬਹੁਤ ਸਾਰੀਆਂ ਚੀਜ਼ਾਂ ਰਹਿਣਗੀਆਂ। ਬਿਲਕੁਲ। ਸਚਦੇਵਾ ਜੀ, ਜਿਹੜੀ ਤੁਸੀਂ ਗੱਲ ਕਹੀ ਸੀਗੀ ਕਿ ਜਿਹੜਾ ਸਾਡਾ ਭਾੜਾ ਹੈਗਾ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਸਮਾਨ ਲੈਣ ਦਾ, ਉਹ ਬਹੁਤ ਜ਼ਿਆਦਾ ਹੈ ਜਿਹਦੇ ਕਾਰਨ ਜਿਹੜਾ ਸਨਅਤ ਨੂੰ ਕਾਫੀ ਨੁਕਸਾਨ ਹੁੰਦਾ ਜਾਂ ਔਖ ਆਉਂਦੀ ਹੈ। ਜਿਵੇਂ ਅਸੀਂ ਜੇ ਬਾਹਰ
ਸਮਾਨ ਭੇਜਣਾ ਹੋਵੇ ਤੇ ਜਿਹੜੀ ਸਾਨੂੰ ਨੇੜੇ ਤੋਂ ਨੇੜੇ ਬੰਦਰਗਾਹ ਪੈਂਦੀ ਆ ਉਹ ਕਲਕੱਤਾ ਜਾਂ ਮੁੰਬਈ ਜਾਂ ਮਦਰਾਸ ਕਿਤੋਂ ਨਾ ਕਿਤੋਂ ਅਸੀਂ ਭੇਜਾਂਗੇ। ਜਦੋਂ ਇਹ ਕੋਰੀਡੋਰ ਬਣ ਰਿਹਾ, ਤੁਸੀਂ ਕਿਹਾ ਕਿ ਵੀ ਇਸ ਮਾਮਲੇ ਦੇ ਵਿੱਚ ਕੁਛ ਨਾ ਕੁਛ ਜਿਹੜੀਆਂ ਕੀਮਤਾਂ ਨੇ ਉਹ ਘਟ ਜਾਣਗੀਆਂ, 13 ਤੋਂ 7% ਦੀ ਕਿਹਾ, ਉਹ ਕਿਵੇਂ ਘਟ ਜਾਣਗੀਆਂ? ਇਹ ਗੱਲ ਤੇ ਸਮਝ ਆਉਂਦੀ ਹੈ ਕਿ ਵੀ ਤੁਹਾਡਾ ਜਿਹੜਾ ਸਮਾਨ ਹੈ ਉਹ ਸਮੇਂ ਸਿਰ ਚੱਕਿਆ ਜਾਊਗਾ ਤੇ ਸਮੇਂ ਸਿਰ ਪਹੁੰਚਾਇਆ ਜਾਊਗਾ, ਕੀਮਤ ਕਿਵੇਂ ਘਟੇਗੀ? ਪਹਿਲੀ ਤਾਂ ਟਰਾਂਸਪੋਰਟੇਸ਼ਨ ਨਾਲ ਘਟੇਗੀ, ਕਿਉਂਕਿ ਜਿਹੜਾ ਇਨਫਰਾਸਟ੍ਰਕਚਰ ਹੁਣ ਇੱਥੇ ਅਵੇਲੇਬਲ ਹੈ, ਰੋਡਸ ਜਿਹੜਾ ਨੈਟਵਰਕ ਅਵੇਲੇਬਲ, ਉਹਦੇ 'ਚ ਵੱਡੀਆਂ ਗੱਡੀਆਂ ਨਹੀਂ ਚੱਲ ਸਕਦੀਆਂ। ਜਿਹੜੇ 26 ਫੁੱਟ 26 ਟਾਇਰੀ ਗੱਡੀਆਂ ਉਹ ਨਹੀਂ ਇੱਥੇ ਚੱਲ ਸਕਦੀਆਂ ਇਸ ਵੇਲੇ, ਬੜੀ ਮੁਸ਼ਕਲ ਹੁੰਦੀ ਉਹਨਾਂ ਨੂੰ। ਜਦੋਂ ਇਨਫਰਾਸਟ੍ਰਕਚਰ ਆ ਜਾਏਗਾ ਤੇ ਇੱਕ ਕੰਟੇਨਰ 6 ਕੰਟੇਨਰ 4 ਕੰਟੇਨਰ ਉਹ ਲਿਜਾਣ ਵਾਲੀਆਂ ਗੱਡੀਆਂ ਜਿਹੜੀਆਂ ਉਹ ਅਵੇਲੇਬਲ ਹੋ ਜਾਣਗੀਆਂ ਜੀ। ਉਹਦੇ ਨਾਲ ਸਾਰੀ ਜਿਹੜੀ ਜੀਟੀ ਰੋਡ ਆ ਉਹਦੇ ਤੇ ਤਾਂ ਚੱਲਣੀਆਂ ਸ਼ੁਰੂ ਹੋ ਗਈਆਂ ਤਕਰੀਬਨ ਪੰਜਾਬ ਦੇ ਵਿੱਚੋਂ। ਅਜੇ ਨਹੀਂ, ਉਹ ਗੱਡੀਆਂ ਜਿਹੜੀਆਂ ਅਜੇ ਸਿਰਫ ਉਹ ਗੱਡੀਆਂ ਸਿਰਫ 2 ਕੰਟੇਨਰ ਵਾਲੀਆਂ ਆਈਆਂ ਜੀ, ਉਹ ਵੀ ਬਹੁਤ ਥੋੜੀਆਂ ਜੀ। 1 ਕੰਟੇਨਰ ਵਾਲੀ ਇੱਕ ਗੱਡੀ ਚੱਲਦੀ ਹੈ ਜੀ, ਤੇ ਇਹ ਉੱਥੇ ਬਾਹਰ ਸਾਰੀ ਜਗ੍ਹਾ ਤੇ 3 ਤੋਂ 4 ਕੰਟੇਨਰ ਤੇ ਆਮ ਹਰ ਗੱਡੀ ਲੈ ਕੇ ਜਾਂਦੀ ਹੈ। ਉਹ ਸਮਝ ਆ ਗਈ ਤੁਹਾਡੀ ਗੱਲ ਕਿ ਕਿਸ ਤਰੀਕੇ ਨਾਲ ਕੀਮਤ ਘਟੇਗੀ। ਦੂਸਰਾ ਸਾਡੀ ਆਟੋਮੇਸ਼ਨ ਲੋਡਿੰਗ ਅਨਲੋਡਿੰਗ ਵੇਲੇ ਜੀ, ਫਰੋਮ ਫੈਕਟਰੀ ਟੂ ਦਾ ਰੇਲਵੇ ਲਾਈਨ ਤੇ ਜਾਂ ਟਰਾਂਸਪੋਰਟ ਦੇ ਅੱਗੇ ਤੱਕ ਲੋਡਿੰਗ ਅੱਗੇ ਅਨਲੋਡਿੰਗ, ਉਹ ਅੱਜ ਜਦੋਂ ਤੱਕ ਉਹ ਪੀਪੀਪੀ ਮਾਡਲ ਦੇ ਵਿੱਚ ਇੱਥੇ ਇਨਫਰਾਸਟ੍ਰਕਚਰ ਅਵੇਲੇਬਲ ਹੋ ਜਾਏਗਾ, ਸਾਰੀਆਂ ਅੱਛੀਆਂ ਚੀਜ਼ਾਂ ਇਕਵਿਪਮੈਂਟ ਆ ਜਾਣਗੇ ਤੇ ਉਹਦੇ ਨਾਲ ਬਹੁਤ ਫਰਕ ਪਏਗਾ। ਬਿਕੋਜ਼ ਸਾਡੇ ਕੋਲ ਅੱਜ ਇੱਕ ਚੀਜ਼ ਮੰਗਾਉਣ ਵਾਸਤੇ ਇੱਕ ਕ੍ਰੇਨ ਮੰਗਾਉਣੀ ਪੈਂਦੀ ਹੈ, ਉਹਦਾ ਚਾਰजेस ਜਿਹੜੇ ਆ ਇੱਕ ਫੈਕਟਰੀ ਦੇ ਵਿੱਚ ਬਹੁਤ ਜ਼ਿਆਦਾ ਜੀ। ਉਹ ਪੀਪੀਪੀ ਮਾਡਲ ਦੇ ਨਾਲ ਇਹ ਸਾਰੇ ਜਿਹੜੇ ਨੇ ਹਰ ਜਗ੍ਹਾ ਤੇ ਬਾਕੀ ਜਗ੍ਹਾ ਅਵੇਲੇਬਲ ਨੇ, ਯਾਰਡਸ ਬਣੇ ਹੋਏ ਨੇ, ਔਰ ਉਹਦੇ ਨਾਲ ਹਰ ਚੀਜ਼ ਸਸਤੀ ਅਵੇਲੇਬਲ ਹੈ ਜੀ। ਸਾਡੇ ਇੱਥੇ ਅਜੇ ਨਹੀਂ ਅਵੇਲੇਬਲ ਜੀ। ਇੱਥੇ ਮੋਨੋਪੋਲਿਸਟਿਕ ਸਿਸਟਮ ਨਾਲ ਕੰਮ ਹੁੰਦਾ ਹੈ, ਇੱਕ ਆਦਮੀ ਸਿਰਫ ਇੱਕ ਸ਼ਹਿਰ 'ਚ 4 ਜਗ੍ਹਾ ਰੱਖ ਕੇ ਬੈਠਾ, ਉਹੀ ਆਪਣੇ ਚਾਰजेस ਲੈਂਦਾ ਜੀ। ਪਰ ਜਦੋਂ ਜਿਹੜਾ ਉਦੋਂ ਕਿਵੇਂ ਵੱਧ ਜਾਣਗੇ, ਮਤਲਬ ਇੱਕਦਮ ਕਿਵੇਂ ਕੰਪੀਟੀਟਰ ਵੱਧ ਜਾਣਗੇ? ਇਹ ਇੰਟਰਨੈਸ਼ਨਲ ਡਾਟਾ ਹੈ ਕਿ 7% ਆਫ ਦੀ ਮਟੀਰੀਅਲ ਕਾਸਟ ਜਿਹੜੀ ਹੈ ਉਹ ਔਨ ਐਵਰੇਜ ਲੌਜਿਸਟਿਕ ਤੇ ਖਰਚ ਹੁੰਦੀ ਹੈ ਜੀ। ਸਾਡੇ ਇੰਡੀਆ ਦੀ 13% ਹੈ ਜੀ। ਇੱਕ ਮੈਂ ਹੋਰ ਐਡ ਕਰਨਾ ਚਾਹਾਂਗਾ, ਜਿਹੜਾ ਸਟੇਟ ਗਵਰਨਮੈਂਟ ਦਾ ਰੋਲ ਹੈ ਉਹਦੇ ਜਦੋਂ ਆਪਾਂ ਇਹ ਕਹਿੰਦੇ ਆ ਕਿ ਵੀ ਇੰਡੀਆ ਦੀ 13% ਦੀ ਜਿਹੜੀ ਹੈਗੀ ਆ ਖਰਚਾ ਉਹ ਚੀਜ਼ਾਂ ਨੂੰ ਲਿਆਉਣ ਲਿਜਾਣ ਤੇ ਹੁੰਦਾ, ਉਹ ਤੇ ਸੂਬੇਵਾਰ ਫਰਕ ਪੈਂਦਾ ਹੋਊਗਾ ਨਾ। ਕਲਕੱਤੇ ਵਾਲਿਆਂ ਨੂੰ ਤਾਂ ਉਹਨਾਂ ਨਹੀਂ ਪੈਂਦਾ। ਸਾਡਾ ਇੰਡੀਆ ਦੀ ਐਵਰੇਜ 13%। ਜੇ ਇੰਡੀਆ ਦੀ ਐਵਰੇਜ 13% ਹੈ ਤੇ ਕਲਕੱਤੇ ਵਾਲਿਆਂ ਦਾ ਤਾਂ ਕੁਝ ਜ਼ਿਆਦਾ ਨਹੀਂ ਨਾ ਘਟਣਾ, ਉਹਨਾਂ ਦੀ ਤਾਂ ਬੰਦਰਗਾਹ ਨਾਲ ਹੈ, ਜਾਂ ਜਿੰਨਾ ਪੂਰਾ ਸਾਡਾ ਜਿਹੜਾ ਆਪਣਾ ਕੋਸਟਲ ਏਰੀਆ ਹੈ ਉਹਨਾਂ ਦੀਆਂ ਤਾਂ ਬੰਦਰਗਾਹਾਂ ਨਾਲ ਹੈਗੀਆਂ ਨੇ। ਗੁਜਰਾਤ ਦੀ ਬੰਦਰਗਾਹ ਨਾਲ ਹੈ, ਮਹਾਰਾਸ਼ਟਰ ਦੀ ਨਾਲ ਹੈ। ਸਾਡੇ ਤੇ ਬਹੁਤ ਜ਼ਿਆਦਾ ਨਾ ਜੀ। ਸਾਡੇ ਦੇਖੋ ਇੱਕ ਕੰਟੇਨਰ ਚਾਈਨਾ ਤੋਂ ਚੱਲ ਕੇ ਇੰਡੀਆ 'ਚ ਲੈਂਡ ਕਰਨ ਦਾ $1100 'ਚ ਵੀ ਮਿਲ ਜਾਂਦਾ, $1200 'ਚ ਵੀ ਮਿਲ ਜਾਂਦਾ। ਇੱਥੋਂ ਭੇਜਣਾ ਹੋਵੇ ਤਾਂ $2200 'ਚ ਮਿਲਦਾ ਜੀ। $800 ਦਾ ਤਾਂ ਇਹੀ ਖਰਚੇ ਦਾ ਫਰਕ ਹੈ ਜੀ, ਕਿਉਂਕਿ ਉੱਥੇ ਕੰਪੀਟੀਸ਼ਨ ਹੈ, ਪੀਪੀਪੀ ਮਾਡਲ ਹੈ। ਅਗਲੇ ਗੱਡੀ ਨਹੀਂ ਰੋਕਦੇ, ਕਹਿੰਦੇ ਅੱਜ ਇਹ ਕੰਟੇਨਰ ਇੱਥੇ ਜਗ੍ਹਾ ਹੈਗੀ, ਪਾੜ ਦਿਓ, ਤੋੜ ਦਿਓ। ਇੱਕ ਮੈਂ ਪੁਆਇੰਟ ਸਰ ਕਰਨਾ ਚਾਹਾਂਗਾ ਕਿ ਸਟੇਟ ਗਵਰਨਮੈਂਟ ਦਾ ਜਿਹੜਾ ਰੋਲ ਹੈ ਉਹਦੇ ਵਿੱਚ, ਜਦੋਂ ਇਹ ਕੋਰੀਡੋਰ ਦੀ ਸਾਰੀ ਪਲੈਨਿੰਗ ਹੋ ਜਾਂਦੀ ਹੈ ਤੇ ਸਾਡੇ ਮਾਸਟਰ ਪਲਾਨਸ ਨੂੰ ਚੇਂਜ ਕਰਨ ਦੀ ਲੋੜ ਹੈ ਜੀ। ਔਰ ਉਸ ਤੇ ਕਿੱਥੇ ਕਿੱਥੇ ਕੀ ਆਉਣਾ ਹੈ, ਕੀ ਜ਼ਰੂਰਤ ਹੈ, ਕਿੱਥੇ ਜਗ੍ਹਾ ਏਅਰ ਮਾਰਕ ਕਰਨੀ ਕਿਸ ਚੀਜ਼ ਵਾਸਤੇ, ਉਹ ਹੋਣੇ ਕਰਕੇ ਤੇ ਉਹਦੇ ਮਾਸਟਰ ਪਲਾਨਸ ਪਲਾਨ ਹੋਣੇ ਚਾਹੀਦੇ ਜੀ, ਤਾਂ ਕਿ ਸਾਡੀ ਐਡਵਾਂਸ ਪਲੈਨਿੰਗ ਹੋ ਸਕੇ। ਔਰ ਜਿਹੜੇ ਲੋਕ ਆ ਕੇ ਇੱਥੇ ਇਨਵੈਸਟਮੈਂਟ ਕਰਨੀ ਚਾਹੁੰਦੇ ਉਹਨਾਂ ਨੂੰ ਪਤਾ ਹੋਵੇ ਕਿ ਕਿਹੜੀ ਚੀਜ਼ ਕਿੱਥੇ ਅਵੇਲੇਬਲ ਕਰਾ ਰਹੀ ਹੈ ਸਰਕਾਰ ਜੀ। ਉਹਦੇ ਵਾਸਤੇ ਸਾਲ 2 ਸਾਲ ਦੇ ਵਿੱਚ ਸਾਡੀ ਗਵਰਨਮੈਂਟ ਨੂੰ ਇਹ ਕਰਨਾ ਚਾਹੀਦਾ, ਇਨੀਸ਼ੀਏਟ ਲੈਣਾ ਚਾਹੀਦਾ ਜੀ। ਸਿੰਦਰ ਬੈਂਸ ਜੀ, ਪਿਛਲੇ ਦਿਨਾਂ ਦੇ ਵਿੱਚ ਜਿਹੜੀ ਪੰਜਾਬ ਸਰਕਾਰ ਨੇ ਆਪਣੀ ਸਨਅਤੀ ਨੀਤੀ ਦਾ ਐਲਾਨ ਕੀਤਾ, ਤੁਹਾਨੂੰ ਕੀ ਲੱਗਦਾ ਕਿ ਵੀ ਜਿਹੜੀਆਂ 2 ਚੀਜ਼ਾਂ ਨੇ ਇਹਨਾਂ ਦੇ ਵਿੱਚ ਕੋਈ ਸੁਰ ਬੈਠਦੀ ਹੈ, ਜਾਂ ਮਤਲਬ ਕੁਛ ਨਾ ਕੁਛ ਨਵੀਆਂ ਤਬਦੀਲੀਆਂ ਇਸ ਜਿਹੜਾ ਇੰਡਸਟਰੀਅਲ ਕੋਰੀਡੋਰ ਹੈ ਇਹਨੂੰ ਧਿਆਨ 'ਚ ਰੱਖ ਕੇ ਉਹਦੇ 'ਚ ਕਰਨੀਆਂ ਪੈਣਗੀਆਂ? ਹਾਂ, ਤਬਦੀਲੀਆਂ ਤਾਂ ਇਹਨਾਂ ਨੂੰ ਕਰਨੀਆਂ ਪੈਣਗੀਆਂ, ਪਰ ਨਵੀਂ ਇੰਡਸਟਰੀਅਲ ਪਾਲਿਸੀ ਦੇ ਵਿੱਚ ਇਹਨਾਂ ਨੇ ਕੋਸ਼ਿਸ਼ ਕੀਤੀ ਹੈ ਕਿ ਜਿਹੜੀ ਪ੍ਰਾਈਵੇਟ ਇਨਵੈਸਟਮੈਂਟ ਹੈ, ਉਹ ਨਵੇਂ ਉਦਯੋਗ ਹੈ ਜਿਹੜੇ, ਉਹਨਾਂ ਨੂੰ ਇਹਨਾਂ ਦਾ ਜੋ ਕਹਿਣਾ ਹੈ ਕਿ ਉਹਨਾਂ ਵਾਸਤੇ ਅਸੀਂ ਇਹ ਪਾਲਿਸੀ ਬਣਾਈ ਹੈ। ਨਵੇਂ ਉਦਯੋਗਾਂ ਨੂੰ ਕਨਸੈਸ਼ਨ, ਨਵੇਂ ਸਨਅਤਾਂ ਨੂੰ ਵੀ ਤੇ ਨਵੇਂ ਇਲਾਕਿਆਂ 'ਚ ਲੱਗਣ ਵਾਲੀ ਨਵੇਂ ਕਨਸੈਸ਼ਨ ਉਹਨਾਂ ਨੂੰ ਕੁਛ ਕੀਤੇ ਅਨਾਉਂਸ, ਜਿਵੇਂ ਵੈਟ ਦੇ ਉੱਤੇ 50% ਹੈ, ਛੋਟੀਆਂ ਵਾਸਤੇ ਵੱਡੀਆਂ ਵਾਸਤੇ ਕੁਛ ਕੀਤਾ ਹੈ। ਪਰ ਉਹ ਤੋਂ ਵੱਡੀ ਗੱਲ ਜ਼ਿਆਦਾ ਇਹ ਹੈ ਕਿ ਪੰਜਾਬ 'ਚ ਇੰਡਸਟਰੀ ਆਉਂਦੀ ਕਿਉਂ ਨਹੀਂ। ਪਿਛਲਾ ਤਜਰਬਾ ਇਹ ਹੈ ਕਿ ਦੇਖੋ, ਪੰਜਾਬ ਦੇ ਸਭ ਤੋਂ ਵੱਡੀਆਂ ਪ੍ਰੋਬਲਮ ਹੈ ਇੰਡਸਟਰੀ ਵਾਸਤੇ ਪਾਵਰ ਔਰ ਲਾ ਐਂਡ ਆਰਡਰ। ਇਹ 2 ਸਮੱਸਿਆਵਾਂ ਪੰਜਾਬ ਗੌਰਮੈਂਟ ਨੇ ਸੋਲਵ ਕਰਨੀਆਂ। ਇਹਦੇ ਵਾਸਤੇ ਨਾ ਤਾਂ ਕੇਂਦਰ ਨੇ ਕਰਨਾ, ਨਾ ਕਿਸੇ ਬਾਹਰ ਦੀ ਫੋਰਨ ਕੰਪਨੀ ਨੇ ਆ ਕੇ ਕਰਨਾ ਹੈ। ਇਹ ਪੰਜਾਬ ਗੌਰਮੈਂਟ ਦੀ ਡਿਊਟੀ ਹੈ ਕਿ ਇੱਕ এনवायरमेंट ਜਿਹੜੀ ਹੈ ਫਰੈਂਡਲੀ এনवायरमेंट ਉਹ ਪ੍ਰੋਵਾਈਡ ਕਰੇ। ਸੋ ਮੈਨੂੰ ਲੱਗਦਾ ਹੈ ਇੱਕ ਤਾਂ ਇਹਨਾਂ ਨੂੰ ਆਪਣੀ ਇੰਡਸਟਰੀਅਲ ਪਾਲਿਸੀ ਦੇ ਵਿੱਚ ਜੋ ਚੇਂਜਸ ਹੈਗੀਆਂ, ਜਿਵੇਂ ਇਹਨਾਂ ਨੇ ਕਿਹਾ ਮਾਸਟਰ ਪਲਾਨ ਚੇਂਜ ਕਰਨੇ ਪੈਣੇ ਆ, ਇਹ ਆਈਡੈਂਟੀਫਾਈ ਕਰਨ ਕਿ ਕਿਹੜੀ ਇੰਡਸਟਰੀ ਸਾਨੂੰ ਲੋੜ ਹੈ। ਸਾਡੇ ਕੋਲ ਮੰਨ ਲਓ ਪੋਲੀਟੈਕਨਿਕਸ ਦੇ ਵਿੱਚ ਜਾਂ ITIs ਦੇ ਵਿੱਚ ਕਿਸ ਤਰ੍ਹਾਂ ਦੇ ਸਕਿਲਡ ਬੰਦੇ ਸਾਡੇ ਤਿਆਰ ਹੋ ਰਹੇ ਆ, ਉਹਨਾਂ ਦੇ ਅਕੋਰਡਿੰਗਲੀ ਉਹ ਜਿਹੜੀ ਆ ਉਹ ਇੰਡਸਟਰੀ ਹੋਵੇ। ਔਰ ਦੂਜਾ, ਇੰਸ਼ੋਰ ਕਰਨ ਕਿ ਲਾ ਐਂਡ ਆਰਡਰ ਔਰ ਪਾਵਰ ਸਰਪਲਸ ਪਿਛਲੇ 6 ਸਾਲਾਂ ਤੋਂ ਕਹਿ ਰਹੇ ਆ, ਉਹ ਹਾਲ ਤੱਕ ਨਹੀਂ ਹੋਈ। ਜੇ ਨਹੀਂ ਹੋਏਗੀ ਅਗਲੇ ਸਾਲਾਂ 'ਚ, ਕਿਉਂਕਿ ਡਿਮਾਂਡ ਵਧਣੀ ਹੈ। ਮਤਲਬ ਸਾਡੇ ਕੋਲ ਦੇਖੋ ਕੋਲੇ ਦੀ ਪ੍ਰੋਬਲਮ ਸਭ ਤੋਂ ਵੱਡੀ, ਥਰਮਲ ਪਲਾਂਟ ਅਸੀਂ ਲਾਈ ਜਾਂਦੇ ਆ,
ਤੇ ਕੋਲਾ ਸਾਡੇ ਕੋਲ ਇਹਨਾਂ ਜਿਹੜੇ ਨਵੇਂ ਪਲਾਂਟ ਆ ਹਾਲ ਤੱਕ ਕੋਲ ਬਲਾਕ ਅਲਾਟ ਨਹੀਂ ਹੋਏ, ਪਰ ਇਹ ਸਮੱਸਿਆ ਜਿਹੜੀ ਹੈ ਅਗਲੀ ਜਿਹੜੇ ਇਸ ਨੂੰ ਵੀ ਇਫੈਕਟ ਕਰੇਗੀ। ਸੋ ਇਹਨਾਂ ਦੇ ਉੱਤੇ ਇਹਨੂੰ ਸੈਂਟਰਲਾਈਜ਼ ਜਿਹੜਾ ਫੋਕਸ ਕਰਨਾ ਚਾਹੀਦਾ। ਕੋਲੇ ਵਾਲਾ ਇੱਕ ਮਸਲਾ ਤਾਂ ਜਿਹੜਾ ਡੈਡੀਕੇਟਡ ਫਰੇਟ ਲਾਈਨ ਹੈ, ਜਿਹੜੀ ਸਪੈਸ਼ਲ ਜਿਹੜੀ ਮਾਲ ਗੱਡੀ ਚੱਲਣੀ ਹੈ, ਜਿਹੜੀ ਇੱਕ ਲਾਈਨ ਉਹਦੇ ਨਾਲ ਵੀ ਕਾਫੀ ਉਹਦੇ ਨਾਲ ਕੋਲੇ ਦਾ source ਵੀ ਤਾਂ ਚਾਹੀਦਾ। ਕੋਲੇ ਦਾ ਸੋਰਸ ਕਿੱਥੇ ਹੈ? ਸੋਰਸ ਇਹ ਆਣਾ, ਕਿਉਂਕਿ ਪਿਛਲੇ ਸਾਲ ਤੱਕ ਇਹ ਗੱਲ ਹੁੰਦੀ ਰਹੀ ਹੈ ਨਾ ਕਿ ਜਿੰਨਾ ਸਾਨੂੰ ਮਿਲਿਆ ਹੋਇਆ ਉਹ ਵੀ ਉਹਦੀ ਢੋਆ ਢਵਾਈ ਕਰਕੇ ਵੀ ਕਲਕੱਤੇ ਵਾਲੇ ਰਸਤੇ ਤੋਂ ਕੋਲਾ ਨਹੀਂ ਆਣਾ, ਠੀਕ ਹੈ ਨਾ। ਇਹਦਾ ਜਿਹੜਾ ਰੂਟ ਅਲੱਗ ਹੈ, ਔਰ ਉਹਦੇ ਵਾਸਤੇ ਕੋਲ ਬਲਾਕਸ ਜਿਹੜੇ ਆ ਉਹ ਅਲਾਟ ਹੋਣੇ ਆ, ਕਿੱਥੇ ਹੋਣੇ, ਕਿੰਨਾ ਕੋਲਾ ਅਵੇਲੇਬਲ ਆ ਸਾਡੇ ਕੋਲ, ਰਿਸੋਰਸਸ ਕਿੰਨੇ ਆ, ਫਿਰ ਥਰਮਲ ਪਲਾਂਟ ਦੀ ਲਾਈਫ ਕਿੰਨੀ ਹੈ, 25 ਸਾਲ ਹੈ, 40 ਸਾਲ ਹੈ, 50 ਸਾਲ ਹੈ, ਉਸ ਤੋਂ ਬਾਅਦ ਅਸੀਂ ਕੀ ਕਰਾਂਗੇ। ਮਤਲਬ ਕਾਫੀ ਸਾਰੀ ਜ਼ਿੰਮੇਵਾਰੀ ਜਿਹੜੀ ਹੈਗੀ ਉਹ ਸਟੇਟ ਗਵਰਨਮੈਂਟ ਇਨਫਰਾਸਟ੍ਰਕਚਰ, ਠੀਕ ਹੈ, ਇੱਕ ਬੇਸਿਕ ਇਨਫਰਾਸਟ੍ਰਕਚਰ ਡਿਵੈਲਪ ਕਰ ਦੇਣਾ ਸੈਂਟਰ ਨੇ, ਔਰ ਉਹਨਾਂ ਨੇ ਤੁਹਾਨੂੰ ਇੱਕ ਜਿਹੜੀਆਂ ਅਟਰੈਕਟ ਹੋਣੀ ਉਹਦੇ ਨਾਲ ਜਿਹੜੀਆਂ ਕੰਪਨੀਆਂ ਹੈ। ਪਰ ਜੇ ਇੱਥੇ ਅਸੀਂ ਉਹਨਾਂ ਨੂੰ ਨਾ ਸੰਭਾਲ ਸਕੇ, ਫਿਰ ਜਿਹੜਾ ਅਸੀਂ ਇਹ ਵੀ ਜਿਹੜੀ ਇੱਕ ਓਪਰਚੁਨਿਟੀ ਮਿਸ ਕਰ ਜਾਵਾਂਗੇ। ਮਤਲਬ ਫਿਰ ਉਹ ਸ਼ੰਭੂ ਦੇ ਜਿਹੜਾ ਬਾਰਡਰ ਹੈ ਉਹ ਤੋਂ ਪਿੱਛੇ ਬਿਲਕੁਲ। ਹਰਿਆਣਾ ਦੇਖੋ, ਹਰਿਆਣਾ ਸਾਡੇ ਤੋਂ ਕਿੱਥੇ ਡਿਵੈਲਪ ਕਰ ਗਿਆ, ਕਿਉਂਕਿ ਉਹਨਾਂ ਨੇ ਹਰਿਆਣਾ ਇਸ ਵਕਤ ਪਾਵਰ ਸਰਪਲਸ ਚੱਲ ਰਿਹਾ, ਇਵਨ ਪੀਕ ਦੇ ਵਿੱਚ ਅਸੀਂ ਕਿਉਂ ਨਹੀਂ ਕਰ ਪਏ? ਕਿਉਂਕਿ ਸਾਡੀ ਪਹਿਲਾਂ ਤੋਂ ਹੀ ਪਲੈਨਿੰਗ ਨਹੀਂ ਸੀਗੀ ਕੋਈ। ਤੋ ਕੋਮਨ ਸਾਹਿਬ, ਇੱਕ ਜਿਹੜਾ ਮੈਨੂੰ ਸਵਾਲ ਅਹਿਮ ਲੱਗਦਾ ਉਹ ਇਹ ਹੈ ਕਿ ਵੀ ਤੁਸੀਂ ਕਿਹਾ ਕਿ ਵੀ ਬਹੁਤ ਸਾਰਾ ਜਿਹੜਾ ਕੌਮਾਂਤਰੀ ਜਿਹੜਾ ਅਰਥਚਾਰਾ ਉਹ ਵੀ ਇਹਦੇ ਨਾਲ ਜੁੜਿਆ ਹੋਇਆ। ਇਹ ਜਿਸ ਸੜਕ ਦੇ ਕੰਢੇ ਕੰਢੇ ਬਣਨ ਲੱਗਿਆ ਹੋਇਆ, ਜਦੋਂ ਸੜਕ ਬਣੀ ਸੀ ਉਹ ਚਿਟਗੋਂਗ ਤੋਂ ਪੇਸ਼ਾਵਰ ਤੱਕ ਜਾਂਦੀ ਸੀ, ਤੁਹਾਨੂੰ ਲੱਗਦਾ ਕਿ ਵੀ ਇਹਦੇ ਸੜਕ ਦੇ ਦੋਨਾਂ ਸਿਰਿਆਂ ਦੀ ਵੀ ਇਸ ਕੋਰੀਡੋਰ ਨੂੰ ਕਾਮਯਾਬ ਬਣਾਉਣ ਦੇ ਵਿੱਚ ਅਹਿਮੀਅਤ ਰਹੇਗੀ ਕੌਮਾਂਤਰੀ ਵਪਾਰ? ਇਹ ਬਿਲਕੁਲ ਹੋਏਗੀ, ਕਿਉਂਕਿ ਜਦੋਂ ਵੀ ਤੁਸੀਂ ਵਪਾਰ ਕਰਨਾ ਹੈ ਤਾਂ ਉਹਦੇ ਵਾਸਤੇ ਜਿਹੜਾ ਜੇ ਇੰਡਸਟਰੀਅਲ ਪੈਦਾਵਾਰ ਵਧੇਗੀ ਤੇ ਉਹਨੂੰ ਕਿਤੇ ਲਿਜਾਣਾ ਪਏਗਾ, ਉਹਨੂੰ ਕਿਤੇ ਲਿਜਾਣਾ ਵੀ ਪਏਗਾ, ਉਹਦੇ ਲਈ ਰਾ ਮਟੀਰੀਅਲ ਵੀ ਲਿਆਉਣਾ ਪਏਗਾ, ਕਿਉਂਕਿ ਪੰਜਾਬ 'ਚ ਤਾਂ ਖਾਸ ਕਰਕੇ ਜਿਹੜਾ ਨੈਚੁਰਲ ਰਿਸੋਰਸਿਸ ਸਾਡੇ ਕੋਲ ਉਸ ਕਿਸਮ ਮਿਨਰਲਸ ਹੈ ਹੀ ਨਹੀਂ, ਜਾਂ ਕੋਲਾ ਵੀ ਨਹੀਂ ਹੈਗਾ। ਸਾਡੇ ਕੋਲ ਦੋ ਸਟਰੈਂਥ ਨੇ, ਇੱਕ ਸਾਡੀ ਫਰਟਾਈਲ ਲੈਂਡ ਆ ਤੇ ਇੱਕ ਸਾਡੇ ਹਿਊਮਨ ਰਿਸੋਰਸਿਸ ਨੇ। ਇਹ ਫਰਟਾਈਲ ਲੈਂਡ ਵਾਲਾ ਕੰਮ ਨਾ ਹੁਣ ਕਾਫੀ ਖਤਮ ਹੋਈ ਜਾ ਰਿਹਾ, ਤੇ ਹਿਊਮਨ ਰਿਸੋਰਸਿਸ ਨੂੰ ਅਸੀਂ ਸਾਂਭ ਨਹੀਂ ਰਹੇ, ਤੇ ਜੇ ਇਹ ਨਹੀਂ ਸਾਂਭਾਂਗੇ ਤਾਂ ਮੈਨੂੰ ਲੱਗਦਾ ਕਿ ਇਸ ਦਾ ਕੋਈ ਬਹੁਤਾ ਫਾਇਦਾ ਨਹੀਂ ਹੋਣ ਵਾਲਾ। ਮੈਂ ਤੁਹਾਨੂੰ ਇੱਕ ਬਰੀਫਲੀ ਇੱਕ ਐਗਜ਼ਾਮਪਲ ਦਿੰਦਾ, ਬਿਲਕੁਲ ਸੰਖੇਪ, ਟਾਈਮ ਖਤਮ ਹੋ ਰਿਹਾ, ਕਿ ਪੰਜਾਬ ਪਾਕਿਸਤਾਨ ਦਾ ਤੇ ਹਿੰਦੁਸਤਾਨ ਦਾ ਵਪਾਰ ਖੁੱਲ੍ਹਣ ਦੀ ਉਮੀਦ ਸੀ ਕਿ ਵਾਹਗਾ ਬਾਰਡਰ ਤੇ ਖੁੱਲ੍ਹੇਗਾ, ਤਾਂ ਉਸ ਤੋਂ ਪਹਿਲਾਂ ਅਸੀਂ ਇੱਕ ਫਿਜੀਬਿਲਿਟੀ ਸਟੱਡੀ ਕੀਤੀ ਕਿ ਕੀ ਸਾਨੂੰ ਚਾਹੀਦਾ, ਕਿਸ ਕਿਸਮ ਦੇ ਇਨਫਰਾਸਟ੍ਰਕਚਰ ਲਿੰਕੇਜ ਚਾਹੀਦੇ ਨੇ। ਹੁਣ ਮੈਨੂੰ ਲੱਗਦਾ ਕਿ ਪੰਜਾਬ ਗਵਰਨਮੈਂਟ ਨੂੰ ਹੁਣ ਤੋਂ ਹੀ ਸ਼ੁਰੂ ਕਰ ਦੇਣਾ ਚਾਹੀਦਾ, ਇਹ ਮੰਨ ਕੇ ਕਿ ਕੋਰੀਡੋਰ ਬਣੇਗਾ, ਤੇ ਉਸ ਤੋਂ ਇਹ ਕੋਰੀਡੋਰ ਬਣਨ ਨਾਲ ਵੱਧ ਤੋਂ ਵੱਧ ਫਾਇਦਾ ਉਠਾਉਣ ਲਈ ਸਾਨੂੰ ਕਿਸ ਕਿਸਮ ਦੀ ਸਟੱਡੀਜ਼ ਕਰਨ ਦੀ ਲੋੜ ਹੈ ਤੇ ਕਿਸ ਕਿਸਮ ਦਾ ਉਸ ਤੋਂ ਬਾਅਦ ਇਨਫਰਾਸਟ੍ਰਕਚਰ ਜਿਹੜਾ ਡਿਵੈਲਪ ਕਰਨ ਦੀ ਲੋੜ ਹੈ। ਤੁਹਾਡੀ ਗੱਲ ਬਿਲਕੁਲ ਵੀ ਕ੍ਰੀਏਟ ਕਰਨੀ ਚਾਹੀਦੀ ਹੈ। ਹਾਂਜੀ, ਤੁਸੀਂ ਸਾਰੇ ਅੱਜ ਦੀ ਚਰਚਾ 'ਚ ਸ਼ਾਮਿਲ ਹੋਏ, ਤੁਹਾਡਾ ਬਹੁਤ ਬਹੁਤ ਧੰਨਵਾਦ। ਅੰਮ੍ਰਿਤਸਰ ਤੋਂ ਕੋਲਕਾਤਾ ਦਾ ਸੜਕ ਅਤੇ ਰੇਲ ਗੱਡੀ ਰਾਹੀਂ ਰਾਬਤਾ ਬਹੁਤ ਪੁਰਾਣਾ ਹੈ। ਸ਼ੇਰਸ਼ਾਹ ਸੂਰੀ ਮਾਰਗ ਦੋਵਾਂ ਸ਼ਹਿਰਾਂ ਨੂੰ ਜੋੜਦਾ ਹੈ। ਕਦੇ ਇਹ ਸੜਕ ਪੇਸ਼ਾਵਰ ਤੋਂ ਚਿਟਗੋਂਗ ਤੱਕ ਜਾਂਦੀ ਸੀ, ਹੁਣ ਪੇਸ਼ਾਵਰ ਪਾਕਿਸਤਾਨ ਵਿੱਚ ਹੈ ਤੇ ਚਿਟਗੋਂਗ ਬੰਗਲਾਦੇਸ਼ ਦਾ ਸ਼ਹਿਰ ਹੈ। ਅੰਮ੍ਰਿਤਸਰ ਦਿੱਲੀ ਕੋਲਕਾਤਾ ਸਨਅਤੀ ਕੋਰੀਡੋਰ ਦੀ ਕਾਮਯਾਬੀ ਦਾ ਕੌਮਾਂਤਰੀ ਹਿੱਸਾ ਹੁਣ ਵੀ ਇਸੇ ਸੜਕ ਦੇ ਦੋਵਾਂ ਸਿਰਿਆਂ ਨਾਲ ਜੁੜਦਾ ਹੈ, ਮਤਲਬ ਗਵਾਂਢੀ ਮੁਲਕਾਂ ਨਾਲ ਵਪਾਰ। ਦੂਜੇ ਸ਼ਬਦਾਂ ਵਿੱਚ ਪੁਰਾਣੇ ਸ਼ੇਰਸ਼ਾਹ ਸੂਰੀ ਮਾਰਗ ਦੀ ਮੁੜ ਬਹਾਲੀ। ਵਿਚਾਰ ਚੰਗਾ ਹੈ, ਇੰਤਜ਼ਾਮ ਦੀ ਉਡੀਕ ਕਰਨੀ ਪਏਗੀ। ਨਮਸਕਾਰ, ਸਤਿ ਸ੍ਰੀ ਅਕਾਲ, ਖੁਦਾ ਹਾਫਿਜ਼। ਖਬਰਾਂ ਦੀ ਦੁਨੀਆ ਵਿੱਚ ਆਓ, ਸਾਡੇ ਨਾਲ ਕਦੇ ਵੀ ਤੇ ਕਿਤੋਂ ਵੀ ਜੁੜੋ। ਆਪਾਂ ਮਿਲਾਂਗੇ ਫੇਸਬੁੱਕ ਤੇ, ਅਸੀਂ ਦਿਖਾਂਗੇ YouTube ਤੇ, ਸਾਨੂੰ ਫੋਲੋ ਕਰੋ ਟਵਿੱਟਰ ਤੇ। ਖਬਰਾਂ ਨਾਲ ਜੁੜੇ ਰਹੋ ਦਿਨ ਰਾਤ।